ਹਾਂਜੀ ਬਾਈ ਜੀ, ਵੈਨਕੂਵਰ ਵਾਲਿਓ, ਕੀ ਹਾਲ ਚਾਲ ਨੇ? ਬਹੁਤ ਵਧੀਆ ਵਧੀਆ ਭਾਜੀ। ਹੋਰ ਸੁਣਾਓ ਕਿੱਦਾਂ? ਬਹੁਤ ਵਧੀਆ ਵਧੀਆ। ਮੈਂ ਤਾਂ ਭਾਜੀ ਕਾਲ ਕੀਤੀ ਸੀ, ਮੈਂ ਅੱਜ ਬਿਜੀ ਸੀ ਥੋੜਾ ਜਿਹਾ। ਜਾਂ ਹਾਂਜੀ ਮੈਂ ਭਾਜੀ ਹੁਣ ਤੁਹਾਡਾ ਪ੍ਰੋਗਰਾਮ ਸੁਣਦਾ ਸੀ। ਮੈਂ ਭਾਜੀ ਹੁਣੀ ਕਹਿੰਦੇ ਵੀ ਮੈਂ ਅੰਦੋਲਨ ਦੇ ਖਿਲਾਫ ਹਾਂ। ਮੈਂ ਕੋਈ ਟਿੱਪਣੀ ਵਿੱਚ ਅੰਦੋਲਨ ਦੇ ਖਿਲਾਫ ਨਹੀਂ ਕੀਤੀ। ਮੈਂ ਨਹੀਂ, ਚਲੋ ਰਾਜੇਵਾਲ ਗਰਾਹਾਂ ਉਹ ਤਾਂ ਦੇ ਬਾਈ ਜੀ ਬੰਦੇ ਦੀ ਮੈਂ ਦੇਖੋ, ਸਪੋਰਟ ਕੱਲ ਕਰਦਾ। ਵਾਲੀ ਜੋ ਗੱਲ ਹੋਣੀ ਸੀ ਉਹ ਹੋ ਗਈ, ਤੁਹਾਡੇ ਸਾਹਮਣੇ ਆ। ਉਹ ਵਾਰਤਾਲਾਪ ਤੁਹਾਡੇ ਕੋਲ ਵੀ ਆ ਗਿਆ ਹੋਣਾ, ਤੁਸੀਂ ਵੀ ਕਲਿੱਪ ਕੱਟਿਆ। ਹਾਂਜੀ 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 ਉਹ ਹਾਂਜੀ ਉਹਨੂੰ ਤਾਂ ਆਪਾਂ ਛੱਡੀਏ ਨਹੀਂ, ਜਿਹੜਾ ਹੈਗਾ ਤਾਂ ਤੁਸੀਂ ਕੀਤੀ ਜਾਂ ਨਹੀਂ ਕੀਤੀ, ਜਾਂ ਤੁਹਾਡਾ ਪੁਆਇੰਟ ਆਫ ਵਿਊ ਕੀ ਹੈਗਾ ਆ, ਉਹ ਤਾਂ ਹੁਣ ਪਤਾ ਜੀ। ਆਪਾਂ ਰਿਪੀਟ ਕਰਨ ਦਾ ਤਾਂ ਫਾਇਦਾ ਨਹੀਂ ਗਾ। ਹਾਂਜੀ ਹਾਂਜੀ। ਮੈਂ ਨਹੀਂ ਕਾਲ ਕਰਕੇ ਗਏ, ਕਹਿੰਦੇ ਵੀ ਉਹ ਖਿਲਾਫ ਆ। ਮੈਂ ਕਿਹਾ ਮੈਂ ਖਿਲਾਫ ਨਹੀਂ, ਪੀਸਫੁਲ ਅੰਦੋਲਨ ਚਾਹੀਦਾ। ਨਹੀਂ, ਓਵਰਆਲ ਤੁਹਾਡਾ ਨਜ਼ਰੀਆ ਜਿਹੜਾ ਸੀ ਨਾ, ਓਵਰਆਲ ਨੈਗੇਟਿਵ। ਖਿਲਾਫ ਨਾ ਕਹਿ ਲਈਏ, ਨੈਗੇਟਿਵ ਕਹਿ ਲਈਏ ਜੀ। ਨਹੀਂ, ਇੱਕ ਤਾਂ ਖਿਲਾਫਤ ਜਿਵੇਂ ਹੁੰਦਾ, ਜਿਵੇਂ ਨੇਕੀ ਨੇ ਖਿਲਾਫਤ ਕੀਤੀ ਆ, ਉਹ ਖਿਲਾਫ ਨਹੀਂ ਸੀਗਾ। ਪਰ ਜਿਹੜਾ ਤੁਹਾਡਾ ਓਵਰਆਲ ਜਿਹੜਾ ਸੀ ਨਾ, ਤੁਹਾਡਾ ਮੀਨਸ ਅਸੈਸਮੈਂਟ ਇਸ ਅੰਦੋਲਨ ਦੀ, ਉਹ ਚ ਕਮੀਆਂ ਤੁਹਾਨੂੰ ਸਰਕਾਰ ਵਾਲੇ ਪਾਸਿਓਂ ਘੱਟ ਨਜ਼ਰ ਆਈਆਂ ਸੀ। ਜਿਹੜਾ ਆਪਣਾ ਕੱਲ ਦਾ ਵਾਰਤਾਲਾਪ ਸੀਗਾ, ਤੇ ਕਿਸਾਨ ਵਾਲੇ ਪਾਸੇ ਜ਼ਿਆਦਾ ਸੀ ਵੀ ਲੁੱਟ, ਇਹਦੇ ਨਾਂ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ, ਉੱਥੇ ਸ਼ਰਾਬਾਂ ਚੱਲ ਰਹੀਆਂ ਨੇ, ਇੰਨਾ ਪੈਸਾ ਉਹ ਪੱਤਰਕਾਰਾਂ ਨੂੰ ਪੈਸੇ ਦੇ ਕੇ ਤੇ ਨਿਊਜ਼ ਲਵਾ ਰਹੇ ਨੇ। ਜਾਣੀ ਇਹ ਨੈਗੇਟਿਵ ਜ਼ਿਆਦਾ ਸੀ ਜੀ। ਹਾਂਜੀ, ਪਰ ਇਹ ਜਿਹੜੀਆਂ ਹੁਣ ਇਦਾਂ ਨਾ ਸਾਰੇ ਬੰਦੇ ਇੱਕ ਤਰ੍ਹਾਂ ਹੀ ਸੋਚਣ ਲੱਗ ਪਣਗੇ ਤੇ ਫਿਰ ਸਮਾਜ ਗਰੋਹ ਕਿੱਦਾਂ ਹੋਊਗਾ ਜੀ? ਨਹੀਂ, ਸਾਰੇ ਬੰਦੇ ਜੇ ਬੰਦਾ ਦੀ ਖਾਮ ਖਾਈ ਵੀ ਅਗਰ ਕੋਈ ਕਿਸੇ ਨੇ ਉਹਦੀ ਜਿਹੜੀਆਂ ਕਮੀਆਂ ਹੈਗੀਆਂ ਨੇ, ਆਪਾਂ ਉਹਦੇ ਬਾਰੇ ਗੱਲਬਾਤ ਕਰ ਸਕਦੇ ਹਾਂ। ਪਰ ਜਿਹੜੀਆਂ ਕਮੀਆਂ ਤੁਸੀਂ ਗਿਣਾਈਆਂ ਨੇ ਨਾ, ਉਹ ਚ ਮੈਂ ਜ਼ਿਆਦਾਤਰ ਦੇ ਨਾਲ ਸਹਿਮਤ ਨਹੀਂ ਸੀ, ਤੇ ਮੈਂ ਜਵਾਬ ਵੀ ਦਿੱਤਾ ਉਹਦਾ। ਹਾਂਜੀ, ਨਹੀਂ ਆਪਾਂ ਆਪਸ ਵਿੱਚ ਸਹਿਮਤ ਹੋਣ ਦੀ ਲੋੜ ਵੀ ਨਹੀਂ ਹੁੰਦੀ। ਪਰ ਮੇਰਾ ਤਾਂ ਉਹਦਾ ਇੱਕ ਇਹ ਸੀਗਾ ਵੀ ਦੂਸਰੀ ਗੱਲ ਜ਼ਰੂਰ ਸੁਣੋ। ਨਹੀਂ, ਆਪਾਂ ਸੁਣੀ ਆ ਗੱਲਬਾਤ, ਤਾਂ ਆਪਣੀ ਹੋਈ ਆ ਸਾਰੀ। ਜਿਹੜੀ ਗੱਲਬਾਤ ਕੋਈ ਉਹਦਾ ਫੋਨ ਤੁਸੀਂ ਅਲਟੀਮੇਟਲੀ ਤੁਸੀਂ ਉਹ ਕੱਟਿਆ ਆ, ਆਪਣੀ ਤਾਂ ਗੱਲਬਾਤ ਇਹ ਹੈ ਹੀ ਨਹੀਂ ਕਿਸੇ ਨੂੰ। ਉਹ ਕਾਲ ਬਹੁਤ ਲੰਮੀ ਹੋ ਗਈ ਸੀ ਭਾਜੀ, ਫਿਰ ਤੁਹਾਡੇ ਸਰੋਤੇ ਵੀ ਅੱਕ ਜਾਣੇ ਆ। ਨਹੀਂ, ਹਾਂ, ਕਾਲ ਤਾਂ ਖੈਰ ਲੰਮੀ ਹੋ ਗਈ ਸੀ, ਪਰ ਉਹ ਚ ਕਮੀਆਂ, ਯਾਨੀ ਮੈਨੂੰ ਕਮੀ ਨਜ਼ਰ ਆ ਰਹੀ ਹੈ ਵੀ ਜਿਹੜੀਆਂ 30 ਜਥੇਬੰਦੀਆਂ, ਮੈਨੂੰ ਤਾਂ ਹੁਣ ਪਹਿਲੀ ਵਾਰੀ ਪਤਾ ਲੱਗਿਆ ਵੀ 5-7 ਸੁਣੀਦੀਆਂ ਸੀਗੀਆਂ, ਜਾਂ 30 ਜਥੇਬੰਦੀਆਂ ਛੋਟੀਆਂ ਮੋਟੀਆਂ ਜ਼ਿਆਦਾ ਹੋਣਗੀਆਂ, ਵੱਡੀਆਂ 2-4 ਹੋਣਗੀਆਂ, ਵੀ ਇਹਨਾਂ ਨੂੰ ਇੱਕ ਜਥੇਬੰਦੀ ਬਣਾਉਣੀ ਚਾਹੀਦੀ ਹੈ। ਯਾਨੀ ਸਭ ਤੋਂ ਵੱਡੀ ਕਮੀ ਜਿਹੜੀ ਦੂਰ ਕੀਤੀ ਜਾ ਸਕਦੀ ਹੈ। ਤੁਸੀਂ ਭਾਜੀ ਇਹ ਵੀ ਦੇਖ ਲਿਓ, ਜਿੱਦਾਂ ਹੁਣ ਗੱਲ ਕਰਦੇ ਆ ਆਪਾਂ ਪੰਚਾਇਤਾਂ ਦੀ, ਉੱਥੇ ਇਦਾਂ ਹੋਣੀ ਚਾਹੀਦੀ। ਤੁਸੀਂ ਆਹ ਬੜੇ ਖਤਮ ਹੋਣ ਦਿਓ। ਉੱਥੇ ਜੇ ਤੁਸੀਂ ਸੋਚਦੇ ਆ ਵੀ ਨਹੀਂ ਲੜਨਾ, ਉਹ ਸਰਪੰਚੀ ਦੀਆਂ ਵੋਟਾਂ ਆਉਣਗੀਆਂ, ਇਹ ਵੱਡਾ ਝੂਠ ਆ ਜੀ। ਇਹ ਵੀ ਨਹੀਂ, ਪਰ ਉਹਦਾ ਕਸੂਰਵਾਰ ਕੌਣ ਆ? ਮੈਂ ਤਾਂ ਇਹ ਕਹਿ ਰਿਹਾ ਨਾ, ਇਹ ਇੰਨੀ ਛੇਤੀ ਥੋੜ੍ਹਾ ਖਤਮ ਹੋਣਾ। ਕਸੂਰਵਾਰ ਕੌਣ ਆ? ਪਿੰਡਾਂ ਦੇ ਵਿੱਚ ਜਿਹੜੀ ਲੋਕਾਂ ਦਾ ਆਪਸੀ ਭਾਈਚਾਰਾ ਜਿਹੜਾ ਖਰਾਬ ਹੋਇਆ ਆ, ਇਹ ਸਿਆਸੀ ਪਾਰਟੀਆਂ ਨੇ ਕੀਤਾ ਆ। ਯਾਨੀ ਪੰਚਾਇਤਾਂ ਦੇ ਨੂੰ ਚੋਣ ਪਾਰਟੀਆਂ ਦੇ ਨਾਲ, ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਨਾਲ ਜੋੜ ਕੇ, ਵੀ ਇਹ ਕਾਂਗਰਸੀ ਸਰਪੰਚ ਆ ਤੇ ਅਕਾਲੀ ਸਰਪੰਚ ਆ, ਤੇ ਸਾਡੇ ਇੰਨੇ ਸਰਪੰਚ ਬਣ ਗਏ। ਆ ਕੈਪਟਨ ਦਾ ਮੈਨੂੰ ਯਾਦ ਆ ਜਦੋਂ ਇਹਨੇ ਚੋਣਾਂ ਕਰਾਈਆਂ। ਇਹ ਆਪਣੇ ਘਰਾਂ ਚੋਂ ਭਾਜੀ ਬੰਦੇ ਗਏ ਉੱਠ ਕੇ ਸਾਰੇ। ਇਹ ਜਿਹੜਾ ਆਪਣਾ ਸਮਾਜ ਨਹੀਂ ਸਹੀ ਹੋਊਗਾ, ਸਮਾਜ ਨੂੰ ਗਵਰਨਮੈਂਟ ਨੇ, ਮੈਂ ਤੁਹਾਨੂੰ ਗੱਲ ਦੱਸ ਦਿੰਦਾ ਸਿਸਟਮ ਦੀ। ਇੰਡੀਆ ਤੋਂ 2004 ਚ ਮੈਂ ਇੱਥੇ ਆਇਆ ਸੀਗਾ। ਮੈਂ ਉੱਥੇ ਪੈਗ ਪੁਗ ਲਾ ਕੇ 1-2 ਗੱਡੀ ਵੀ ਚਲਾ ਲੈਂਦਾ ਸੀ, ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਮੈਂ ਗੱਡੀ ਚਲਾ ਲੈਂਦਾ ਸੀ ਉੱਥੇ। ਠੀਕ ਹੈ ਜੀ। ਤੇ ਅਗਰ ਪੁਲਿਸ ਵਾਲੇ ਨੇ ਫੜ ਲਿਆ, ਉਹਨੂੰ ਪੈਸੇ ਵੀ ਖੈਰ 1-2 ਵਾਰੀ ਮੈਂ ਦਿੱਤੇ ਵੀ ਨੇ। ਅੰਮ੍ਰਿਤਸਰ ਦੀ ਗੱਲ ਆ, ਜ਼ਿਆਦਾਤਰ ਤਾਂ ਬਚਾ ਕੇ ਨਿਕਲੀ ਦਾ ਸੀ। ਇੰਸ਼ੋਰੈਂਸ ਮੇਰੇ ਕੋਲ ਨਹੀਂ ਸੀ ਹੁੰਦੀ ਸਕੂਟਰ ਦੀ। ਠੀਕ ਹੈ ਜੀ। ਇਹ ਸਿਸਟਮ ਦੀ ਗੱਲ ਹੈ। ਹੁਣ ਉਹੀ ਬੰਦਾ ਜਹਾਜ਼ ਫੜ ਕੇ 24 ਘੰਟਿਆਂ 'ਚ ਕੈਨੇਡਾ ਆ ਜਾਂਦਾ ਆ। ਉੱਥੇ ਆ ਕੇ ਪਤਾ ਲੱਗਦਾ ਹੈ ਵੀ ਤੁਸੀਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦੇ, ਤੁਸੀਂ ਬਿਨਾਂ ਡਰਾਈਵਿੰਗ, ਤੁਹਾਡੀ ਜ਼ਰੂਰਤ ਨਹੀਂ ਹੈਗੀ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਸਟੀਅਰਿੰਗ ਤੇ ਬਹਿ ਜਾਓ, ਤੁਹਾਡੀ ਜ਼ਰੂਰਤ ਨਹੀਂ ਹੈਗੀ ਤੁਸੀਂ ਬਿਨਾਂ ਇੰਸ਼ੋਰੈਂਸ ਤੋਂ ਕਾਰ ਚਲਾ ਲਓ। ਤੇ ਇਹ ਸਮਾਜ ਦੀਆਂ ਗੱਲਾਂ ਨਹੀਂ, ਇਹ ਸਰਕਾਰ ਦੇ ਬਣਾਏ ਹੋਏ ਸਿਸਟਮ ਦੀਆਂ ਗੱਲਾਂ ਨੇ। ਇੰਡੀਆ ਦੇ ਵਿੱਚ ਸਿਸਟਮ ਸਰਕਾਰਾਂ ਨੇ ਖਰਾਬ ਕੀਤਾ ਹੋਇਆ। ਨਹੀਂ ਭਾਜੀ, ਸਿਸਟਮ ਦੀ ਤੁਹਾਡੀ ਗੱਲ ਮੰਨ ਗਿਆ, ਪਰ ਜੇ ਇਦਾਂ ਨਹੀਂ ਹੈਗਾ ਵੀ ਜੇ ਹੁਣ ਤੁਸੀਂ ਇੱਥੇ ਲਾਇਸੈਂਸ ਹੈ ਨਹੀਂ ਤੁਹਾਡੇ ਜੇਬੀ, ਜਦੋਂ ਪੁਲਿਸ ਵਾਲਾ ਉਦੋਂ ਹੀ ਤੁਹਾਨੂੰ ਘੇਰ ਲੈਂਦਾ, ਉਹਨੂੰ ਕਿੱਦਾਂ ਪਤਾ ਲੱਗ ਜਾਂਦਾ? ਨਹੀਂ, ਪਤਾ ਨਹੀਂ। ਇਹ ਤਾਂ ਹੁਣ ਤੁਸੀਂ ਗੱਲ ਨੂੰ ਟ੍ਰਿਵੀਅਲਾਈਜ਼ ਕਰ ਦਿੰਦੇ ਹੋ ਨਾ, ਵੀ ਪਤਾ ਨਹੀਂ ਲੱਗ ਜਾਂਦਾ। ਪਰ ਅਗਰ ਤੁਹਾਡੇ ਕੋਲ ਤੁਹਾਨੂੰ ਫੜ ਵੀ ਲਿਆ ਤੇ $50 ਦੀ ਟਿਕਟ ਆ, ਯਾਨੀ ਮੈਂ ਗੱਲ ਕਰ ਰਿਹਾ ਸਿਸਟਮ ਦੀ। ਸਿਸਟਮ ਸਰਕਾਰਾਂ ਨੇ ਬਣਾਉਣਾ, ਲੋਕਾਂ ਨੇ ਸਰਕਾਰ ਬਣਾਉਣੀ ਹੈ, ਸਰਕਾਰ ਨੇ ਸਿਸਟਮ ਬਣਾਉਣਾ ਹੈ। ਪਤਾ ਨਹੀਂ ਲੱਗ ਜਾਂਦਾ ਨਹੀਂ ਭਾਈ ਜੀ। ਜੇਕਰ ਪਤਾ ਲੱਗ ਵੀ ਜਾਵੇ ਤਾਂ ਤੁਸੀਂ $50 $100 ਦੇ ਕੇ ਦੇਖ ਲਓ ਉਹਨੂੰ, ਨਾ ਤੁਹਾਨੂੰ ਉਹ ਕਰ ਲਵੇ ਵੀ ਮੈਨੂੰ ਬ੍ਰਾਈਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨਹੀਂ, ਮੇਰੀ ਗੱਲ ਨਹੀਂ ਸਮਝ ਰਿਹਾ। ਮੇਰੀ ਗੱਲ ਪੂਰੀ ਹੋਣ ਦਿਓਗੇ ਫਿਰ ਪਤਾ ਲੱਗਣਾ। ਨਹੀਂ, ਮੇਰਾ ਪੁਆਇੰਟ, ਤੁਸੀਂ ਗੱਲ ਜਿਹੜੀ ਮੈਂ ਕਹਿ ਰਿਹਾ ਵੀ ਸਿਸਟਮ ਸਮਾਜ ਨੇ ਨਹੀਂ ਖਰਾਬ ਕੀਤਾ ਉੱਥੇ। ਸਿਸਟਮ ਉੱਥੇ ਸਰਕਾਰ, ਸਿਸਟਮ ਚਲਾਉਣ ਵਾਲਿਆਂ ਨੇ, ਜਿਹੜੇ ਸਿਸਟਮ ਨੂੰ ਰਨ ਕਰਨ ਦਾ ਜਿਹਨਾਂ ਕੋਲ ਤਾਕਤ ਹੈਗੀ ਆ, ਯਾਨੀ ਸਿਆਸੀ ਪਾਰਟੀਆਂ ਤੇ ਤੁਹਾਡਾ ਬਿਊਰੋਕ੍ਰੇਸੀ, ਇਹਨਾਂ ਨੇ ਖਰਾਬ ਕੀਤਾ। ਇਹ ਚਾਹਣ ਤਾਂ ਬੰਦੇ ਉੱਥੇ, ਸਮਾਜ ਆਪਣੇ ਆਪ ਠੀਕ ਹੋ ਜਾਊਗਾ। ਸਮਾਜ ਦੇ ਵਿੱਚ ਜਿਹੜੇ ਬੰਦੇ ਨੇ ਭਾਜੀ, ਉੱਥੇ ਪੜ੍ਹਾਈ ਚਾਹੀਦੀ ਪਹਿਲਾਂ। ਉਹ ਜਿਹੜੀ ਤੁਸੀਂ ਗੱਲ ਕਰਦੇ ਹੋ, ਉਹ ਇੱਕ ਦਿਨ ਦਾ ਨਹੀਂ ਕੰਮ ਹੈਗਾ, ਰਾਤੋਂ ਰਾਤ ਕੋਈ ਵੀ ਤੁਸੀਂ ਭਾਜੀ। ਮੈਂ ਕਦ ਕਹਿ ਰਿਹਾ ਜੀ, ਮੈਂ ਕਦ ਇਹ ਪੁਆਇੰਟ ਹੀ ਨਹੀਂ ਹੈਗਾ ਵੀ ਮੈਂ ਕਹਿ ਰਿਹਾ ਇੱਕ ਦਿਨ ਠੀਕ ਹੋ ਜਾਊਗਾ। ਮੈਂ ਇਹ ਕਹਿ ਰਿਹਾ ਜਿਹੜਾ ਸਿਸਟਮ ਖਰਾਬ ਹੋਇਆ ਆ, ਸਮਾਜ ਨੇ ਘੱਟ ਖਰਾਬ ਕੀਤਾ ਆ, ਸਰਕਾਰਾਂ ਨੇ ਵੱਧ ਕੀਤਾ।
ਜਿਨ੍ਹਾਂ ਕੋਲ ਪਾਵਰ ਆ, ਜਿਨ੍ਹਾਂ ਕੋਲ ਰਿਸੋਰਸਸ ਨੇ ਇਹਨੂੰ ਸਿਸਟਮ ਨੂੰ ਸਟ੍ਰੀਮਲਾਈਨ ਕਰਨ ਦੇ, ਠੀਕ ਕਰਨ ਦੇ। ਮੈਂ ਕਦ ਕਹਿੰਦਾ ਇੱਕ ਦਿਨ 'ਚ ਠੀਕ ਹੋ ਜਾਊਗਾ। ਤੁਹਾਨੂੰ ਮੈਂ ਦੱਸਦਾ ਨਾ ਸਾਡੇ ਪਿੰਡਾਂ 'ਚ ਵੀ ਕੀ ਗੱਲ ਹੁੰਦੀ ਆ। ਨਹੀਂ, ਮੈਂ ਵੀ ਪਿੰਡਾਂ 'ਚ ਹੀ ਬਾਈ ਜੀ, ਆਪਾਂ ਜਿਹੜਾ ਮੇਨ ਪੁਆਇੰਟ ਹੈ, ਆਪਾਂ ਜਿਹੜਾ ਪਿੰਡਾਂ ਪੰਚਾਇਤਾਂ ਦੇ ਵਿੱਚ ਜਿਹੜੇ ਲੋਕ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਹੋਏ ਨੇ, ਪਿੰਡਾਂ ਦਾ ਜਿਹੜਾ ਭਾਈਚਾਰਾ ਆ ਆਪਸ ਦੇ ਵਿੱਚ ਕਿਸੇ ਵੇਲੇ ਬਹੁਤ ਵਧੀਆ ਸੀਗਾ। ਮੈਂ ਖੜਕੂਵਾਦ ਕੈਂਪ ਦੇ ਵੇਲੇ ਦੀ ਗੱਲ ਕਰਦਾ, ਉਹ ਮੈਂ 2014-15 'ਚ ਮੈਂ ਜਦੋਂ 6-7 ਮਹੀਨੇ ਰਹਿਣ ਦਾ ਮੈਨੂੰ ਮੌਕਾ ਮਿਲਿਆ ਆਪਣੇ ਪਿੰਡ ਦੇ ਵਿੱਚ, ਤੇ ਮੈਂ ਦੇਖਿਆ ਆ ਚੋਣ ਨਿਸ਼ਾਨ ਦੇ ਆਪਣੇ ਆਪ ਨੂੰ ਸਿਆਸੀ ਪਾਰਟੀਆਂ ਨਾਲ ਜੋੜ ਕੇ, ਤੇ ਜਿਹੜੀਆਂ ਪੰਚਾਇਤ ਦੀਆਂ ਚੋਣਾਂ, ਪੰਚਾਂ ਦੀਆਂ ਚੋਣਾਂ ਹੁੰਦੀਆਂ ਨੇ, ਵਾਰਡਬੰਦੀ ਹੁੰਦੀ ਹੈ ਪਿੰਡਾਂ ਦੇ ਵਿੱਚ। ਇਹਨੇ ਇੰਨਾ ਕੁ ਗੰਦ ਪਾਇਆ ਸਿਆਸੀ ਜਮਾਤ ਨੇ। ਤੁਸੀਂ ਹਮੇਸ਼ਾ ਨਾ ਸਿਆਸੀ ਜਮਾਤ ਦੇ ਖਿਲਾਫ ਮੀਨਸ ਉਹਦੀ ਬਜਾਏ ਆਮ ਲੋਕਾਂ ਦਾ ਕਸੂਰ ਤੁਸੀਂ ਜ਼ਿਆਦਾ ਕੱਢਦੇ ਹੋ ਜੀ। ਮੈਂ ਇਹ ਤੁਹਾਡਾ ਭਾਜੀ ਤਾਂ ਦੱਸਦਾ ਨਾ ਕੀ ਕਾਰਨ ਵਾ। ਇੱਕ ਜਦੋਂ ਪੁਲਿਸ ਵਾਲਾ, ਸਾਡੇ ਪਿੰਡ ਹੀ ਪੁਲਿਸ ਵਾਲਾ, ਉਹ ਜੇ ਸਕੂਟਰ ਨੂੰ ਘੇਰ ਕੇ ਪੈਸੇ ਲੈਂਦਾ ਹੈ ਨਾ, ਤੇ ਪਿੰਡ ਵਾਲਾ ਬੰਦਾ ਵੀ ਗਾਲਾਂ ਮੋਦੀ ਨੂੰ ਕੱਢਦਾ ਜਾ ਕੇ। ਗਾਲਾਂ ਮੋਦੀ, ਇਹ ਬੜੀ ਵੱਡੀ ਪ੍ਰੋਬਲਮ। ਬਿਲਕੁਲ, ਜਿਹੜਾ ਕਹਿੰਦਾ ਸਿਸਟਮ ਕਰਪਸ਼ਨ ਹੈ, ਕਹਿੰਦਾ ਮੋਦੀ ਦਾ ਕਸੂਰ। ਅੱਗੇ ਮਨਮੋਹਨ ਸਿੰਘ ਨੂੰ ਬਹੁਤ ਭੰਡਿਆ, ਇੱਥੇ ਇੱਦਾਂ ਟਾਕ ਸ਼ੋ ਚੱਲਦੇ ਹੁੰਦੇ ਮਨਮੋਹਨ ਸਿੰਘ ਨੂੰ, ਹੁਣ ਉਹੀ ਲੋਕ ਹੀ ਚੰਗਾ ਕਹਿਣ ਲੱਗ ਪਏ ਮਨਮੋਹਨ ਸਿੰਘ ਨੂੰ। ਨਹੀਂ, ਚੰਗਾ ਨਹੀਂ, ਇਹਦੇ ਨਾਲੋਂ ਘੱਟ ਮਾੜਾ ਕਹਿ ਲਿਆਂਗੇ, ਚੰਗਾ ਤਾਂ ਨਹੀਂ ਕਹਿ ਸਕਦੇ। ਮਨਮੋਹਨ ਸਿੰਘ ਸੋਨੀਆ ਗਾਂਧੀ ਦਾ ਕਹ ਲੋ ਪੁਤਲਾ ਸੀਗਾ ਜੀ, ਉਹ ਹੋਰ ਕੀ ਸੀਗਾ। ਇਹਦੇ ਨਾਲੋਂ ਘੱਟ ਮਾੜਾ ਕਹਿ ਲਓਗੇ ਜੀ। ਉਹ ਜਿਹੜਾ ਉਹ ਭੱਲੇ ਨੇ ਜੋ ਕਿ ਸੁਣਾਇਆ ਤਾਂ ਸੀਗਾ, ਉਹ ਜਿਹੜਾ ਹਾਜ ਦਾ ਕੈਪਟਨ ਆਇਆ ਆ, ਚੰਗਾ ਨਾ ਕਹੀਏ ਵੀ ਉਹ ਇਹਦੇ ਨਾਲੋਂ ਘੱਟ ਮਾੜਾ ਹੋਊਗਾ, ਵੀ ਇਹਦੇ ਨਾਲੋਂ ਬਿਹਤਰ ਸੀਗਾ, ਮੀਨਸ ਘੱਟ ਮਾੜਾ ਸੀ। ਭਾਜੀ ਇੰਡੀਅਨ ਹਿਸਟਰੀ 'ਚ ਕੋਈ ਵੀ ਗਵਰਨਮੈਂਟ ਆ ਗਈ, ਉਹਨੂੰ ਕਿਸੇ ਬੰਦੇ ਨੂੰ ਦੇਖ ਲਓ ਇਦਾਂ ਹੈਗਾ ਕੋਈ ਬੰਦਾ ਕਹਿੰਦਾ ਵੀ ਬਹੁਤ ਚੰਗੀ ਸੀ ਉਹ ਤਾਂ ਕੋਈ ਨਹੀਂ ਕਹਿੰਦਾ, ਕਿਤੇ ਵੀ ਨਹੀਂ ਕਹਿੰਦਾ ਜੀ, ਗਾਲਾਂ ਹੀ ਉਹ ਕਿਤੇ ਵੀ ਨਹੀਂ ਕਹਿੰਦੇ। ਇੰਡੀਆ ਕੀ ਇੱਥੇ ਕੈਨੇਡਾ 'ਚ ਕਹਿ ਲਓ ਤੁਸੀਂ, ਭਾਵੇਂ ਅਮਰੀਕਾ 'ਚ ਟਰੰਪ ਹੁਣ ਹਾਰਿਆ ਆ, ਉਹਨੂੰ ਵੀ ਗਾਲਾਂ ਕੱਢਣ ਵਾਲੇ ਗਾਲਾਂ ਕੱਢਦੇ ਨੇ, ਕਿਤੇ ਵੀ ਨਹੀਂ ਹੈਗਾ। ਤੇ ਇਹਦਾ ਮਤਲਬ ਇਹ ਹੈ ਜੀ ਸਾਰਿਆਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ। ਨਹੀਂ, ਇਹਦਾ ਮਤਲਬ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਤੇ ਆਪਾਂ ਸਰਕਾਰਾਂ ਨੂੰ ਕਲੀਨ ਚਿੱਟ ਦੇ ਦਈਏ ਉਹਨਾਂ ਦੀਆਂ ਗਲਤ ਪਾਲਿਸੀਜ਼ ਤੇ ਵੀ। ਨਹੀਂ, ਬਿਲਕੁਲ। ਹੁਣ ਜਿਹੜਾ ਮੋਦੀ ਧੜ ਪ੍ਰਾਈਵੇਟਾਈਜੇਸ਼ਨ ਕਰ ਰਿਹਾ ਹੈ ਸਰਕਾਰੀ ਅਦਾਰਿਆਂ ਦੀ, ਤੇ ਇਹਦੇ ਵਿੱਚ ਕੀ ਆਪਾਂ ਕਹੀਏ ਵੀ ਇਹ ਖੁਸ਼ ਨਹੀਂ ਕਰ ਸਕਦੇ, ਵੀ ਮੈਂ ਮੋਦੀ ਦੀ ਪਾਲਿਸੀ ਤੋਂ ਖੁਸ਼ ਨਹੀਂ ਹੈਗਾ, ਵੀ ਤੁਹਾਡਾ ਜਿਹੜਾ ਜਨਰਲਾਈਜ਼ ਤੁਸੀਂ ਗੱਲ ਕਰਤੀ ਵੀ ਖੁਸ਼ ਨਹੀਂ ਕਰ ਸਕਦਾ ਮੋਦੀ ਸਾਡੇ ਵਰਗਿਆਂ ਨੂੰ ਜਿਹੜੇ ਔਖੇ ਨੇ, ਵੀ ਸਰਕਾਰੀ ਅਦਾਰਿਆਂ ਦੀ ਪ੍ਰਾਈਵੇਟਾਈਜੇਸ਼ਨ ਕਿਉਂ ਕਰ ਰਿਹਾ। ਯਾਨੀ ਤੁਹਾਡੀ ਜਿਹੜੀ ਓਵਰਆਲ ਤੁਹਾਡਾ ਐਟੀਟਿਊਡ ਹੈ ਨਾ, ਪ੍ਰੋ ਐਸਟੈਬਲਿਸ਼ਮੈਂਟ ਹੈ ਜੀ ਤੁਹਾਡਾ। ਨਹੀਂ ਭਾਜੀ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਹੋਰ ਸੁਣਿਓ, ਦੇਖਿਓ ਤੁਸੀਂ। ਤੁਸੀਂ ਐਗਜ਼ਾਮਪਲਾਂ ਅੱਗੇ ਕਿ ਜਿੰਨੀਆਂ ਮਰਜ਼ੀ ਦੇਈ ਜਾਓ, ਜਿਹੜਾ ਤੁਸੀਂ ਆਹ ਕਹਿ ਰਹੇ ਹੋ ਵੀ ਸਾਰਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਤੁਸੀਂ ਮੈਨੂੰ ਮੋਦੀ ਦੀ ਕੋਈ ਇੱਕ ਪਾਲਿਸੀ ਦੱਸ ਦਿਓ ਜਿਹਦੇ ਨਾਲ ਤੁਸੀਂ ਖੁਸ਼ ਹੋ, ਤੇ ਮੈਂ ਗੱਲ ਕਰ ਦਿੰਦਾ ਤੁਹਾਡੇ ਨਾਲ। ਫਿਰ ਇਹ ਭਾਜੀ ਅੱਜ ਤੋਂ 10-15 ਸਾਲ ਬਾਅਦ ਪਤਾ ਲੱਗਣਾ ਨਾ, ਜਿਹੜੀਆਂ ਪਾਲਿਸੀਆਂ ਅੱਜ ਲਾਗੂ ਕਰ ਰਿਹਾ ਉਹ। ਅੱਛਾ, ਵਧੀਆ ਕਰ ਰਿਹਾ ਜਾਨੀ? ਨਹੀਂ, ਮੈਨੂੰ ਕੋਈ ਪਤਾ ਨਹੀਂ ਉਸ ਬਾਰੇ, ਮਗਰ ਮੈਨੂੰ ਇੰਨਾ ਪਤਾ ਵੀ ਜਦੋਂ ਜੱਜਮੈਂਟ ਇੱਕ ਦਿਨ ਚ ਨਹੀਂ ਹੁੰਦੀ, ਜਿੰਨਾ ਚਿਰ ਉਹ ਲਾਗੂ ਨਹੀਂ ਹੁੰਦਾ ਨਾ, ਉਹਨਾਂ ਚਿਰ ਤੁਸੀਂ ਜੱਜਮੈਂਟ ਨਹੀਂ ਕਰ ਸਕਦੇ। ਨਹੀਂ, ਕੀ ਲਾਗੂ ਕੀ ਕੀਤਾ ਮੋਦੀ ਨੇ? ਹੁਣ ਜਿਹੜਾ GST ਆ ਉਹ ਲਾਗੂ, ਮੈਂ ਤੁਹਾਨੂੰ ਹੁਣੇ ਨਤੀਜਾ ਕੱਢ ਕੇ ਦੱਸ ਦਿੰਦਾ। GST ਲਾਗੂ ਕੀਤੀ ਸੀ ਉਹਨੇ 2015-16 ਚ ਕੀਤੀ ਸੀ ਮੇਰੇ ਖਿਆਲ। ਤੇ ਤੁਹਾਨੂੰ ਕਿੰਨਾ ਕੁ ਟਾਈਮ ਚਾਹੀਦਾ ਉਹ ਜੱਜ ਕਰਨ ਵਾਸਤੇ ਜੀ? ਘੱਟੋ ਘੱਟ 10 ਸਾਲ ਜੀ। ਤੇ ਜਿਹੜਾ ਨੋਟਬੰਦੀ ਸਭ ਤੋਂ ਮਾੜਾ ਫੈਸਲਾ ਸੀ ਉਹਦਾ। ਤੇ ਫਿਰ ਉਹਨੂੰ ਤਾਂ 10 ਸਾਲ ਹੋਏ ਨਹੀਂ, ਇੰਨੀ ਛੇਤੀ ਕੰਕਲੂਜਨ ਕੱਢਤਾ ਜੀ ਤੁਸੀਂ ਨੋਟਬੰਦੀ ਦਾ। ਨਹੀਂ, ਉਹ ਮੈਨੂੰ ਦੱਸ, ਉਹ ਜਿਹੜਾ ਫੈਸਲਾ ਆਪਾਂ ਨੂੰ ਆਮ ਲੱਗਦਾ ਵੀ ਨਹੀਂ ਉਹ ਸਹੀ ਨਹੀਂ ਸੀ, ਮਗਰ ਉਹਦੀ ਅਟੈਂਸ਼ਨ ਤਾਂ ਨਹੀਂ ਗਲਤ ਸੀ ਮੈਨੂੰ ਲੱਗਦਾ। ਨਾ, ਅਟੈਂਸ਼ਨ ਗਲਤ ਸੀ ਉਹਦੀ। ਕੀ ਸੀ ਉਹਦਾ ਨੋਟਬੰਦੀ ਦਾ ਕਾਰਨ? ਕੀ ਦੱਸ ਰਿਹਾ ਸੀ ਉਹ ਦੱਸ ਰਿਹਾ ਸੀ, ਉਹ ਜਿਹੜਾ ਜਿੱਦਾਂ ਇੱਥੇ ਹੁਣ ਕਾਰਡ ਚੱਲਦੇ ਹੈਗੇ ਆ, ਉੱਥੇ ਮਨੀ ਚੱਲਦੀ ਕੈਸ਼। ਉਹਦਾ ਮਤਲਬ ਸੀਗਾ ਵੀ ਸਾਰੀ ਜਿਹੜੀ ਕੈਸ਼ ਮਨੀ ਦਾ ਕੰਮ ਘਟਾਇਆ ਜਾਵੇ, ਤੇ ਜਿਹੜੀ ਟ੍ਰਾਂਜੈਕਸ਼ਨਾਂ ਹੋਣ ਸਾਰੀਆਂ ਬੈਂਕ ਰਾਹੀਂ ਹੋਣ, ਤੇ ਜਿਹੜੀ ਗਵਰਨਮੈਂਟ ਨੂੰ ਟੈਕਸ ਵੱਧ ਆਵੇ, ਕਿਉਂਕਿ ਉੱਥੇ ਕੰਮ 2 ਨੰਬਰ ਦੇ ਕੰਮ ਸਾਰੇ ਕੈਸ਼ 'ਚ ਹੁੰਦੇ ਆ। ਤੇ ਫਿਰ ਜੇ ਇੰਨੀ ਉਹਦੀ ਵਧੀਆ ਇੰਟੈਂਸ਼ਨ ਸੀ, ਤਾਂ ਜਿਹੜਾ ਪੋਲੀਟੀਕਲ ਪਾਰਟੀਆਂ ਨੂੰ ਫੰਡ ਆਉਂਦੇ ਨੇ ਉਹ ਕਿਉਂ RTI ਦੇ ਥੱਲੇ ਨਹੀਂ ਲਿਆਂਦੇ ਉਹਨੇ? ਜੇ ਉਹ ਲੋਕਾਂ ਦਾ ਤਾਂ ਚਾਹੁੰਦਾ ਵੀ ਜਿਹੜੇ ਲੋਕਾਂ ਕੋਲ ਪੈਸੇ ਨੇ ਉਹ ਸਾਰੇ ਦੇ ਸਾਰੇ ਸਰਕਾਰੀ ਪੜਤੇ ਦੇ ਵਿੱਚ ਆਉਣ, ਵੀ ਕਿੰਨੇ ਨੇ ਤੇ ਕਿੰਨਾ ਟੈਕਸ ਦੇਵੇ। ਜਿਹੜੀ ਪੋਲੀਟੀਕਲ ਪਾਰਟੀਆਂ ਦਾ ਫੰਡ ਆ, ਇਲੈਕਟੋਰਲ ਬੌਂਡਸ, ਉਹਨੇ ਇਲੈਕਸ਼ਨ ਬੌਂਡ ਵਾਲਾ ਕੰਮ ਸ਼ੁਰੂ ਕਰਤਾ ਵੀ ਬੌਂਡ ਤੁਸੀਂ ਪੋਲੀਟੀਕਲ ਪਾਰਟੀਆਂ ਦੇ ਬੌਂਡ ਖਰੀਦੋ, ਤੇ 90% ਬੌਂਡ ਇਹਦੇ ਮੋਦੀ ਦੀ ਪਾਰਟੀ ਦੇ ਲੋਕਾਂ ਨੇ ਖਰੀਦੇ ਨੇ, ਯਾਨੀ ਪੈਸੇ ਦੇਣ ਨੂੰ। ਇਹ ਤਾਂ ਜਾਨੀ ਤੁਹਾਡਾ, ਮੈਂ ਬਿਲਕੁਲ ਸਹਿਮਤ ਨਹੀਂ, ਤੁਸੀਂ ਪੁੱਠੀ ਐਗਜ਼ਾਮਪਲ ਦਿੱਤੀ ਜੀ। ਫਿਰ ਹੋਰ ਗੱਲ ਮੈਂ ਦੱਸਦਾ ਆ ਨੋਟਬੰਦੀ ਵਾਲੀ। ਅਗਰ ਉਹਨੂੰ ਇਹ ਸੀਗਾ ਵੀ ਕੈਸ਼ਲੈਸ ਟ੍ਰਾਂਜੈਕਸ਼ਨਸ ਹੋਣ, ਤਾਂ ਉਹ ਤੋਂ ਪਹਿਲਾਂ ਉਹਨੂੰ ਚਾਹੀਦਾ ਸੀਗਾ ਲੋਕਾਂ ਦੇ ਵਿੱਚ ਪ੍ਰਮੋਟ ਕਰੇ ਆਹ ਵੀਜ਼ਾ ਕਾਰਡ ਜਾਂ ਡੈਬਿਟ ਕਾਰਡ ਜੋ ਵੀ ਹੁੰਦੇ ਨੇ, ਹਰੇਕ ਬੈਂਕ ਦੇ ਵਿੱਚ ਇਹ ਸੁਵਿਧਾ ਹੋਵੇ, ATM ਵਗੈਰਾ ਜਗ੍ਹਾ ਲੱਗੇ ਹੋਣ। 4-5 ਸਾਲ ਇਹ ਸਾਰਾ ਹੋਮਵਰਕ ਕਰਕੇ ਤੇ ਫਿਰ ਲੈ ਕੇ ਆਉਂਦੇ ਨੇ। ਫਿਰ ਤੁਹਾਡਾ, ਮੈਂ ਯਾਨੀ ਤਰਕ ਤੋੜ ਰਿਹਾ, ਜਿਹੜਾ ਪ੍ਰੋ ਐਸਟੈਬਲਿਸ਼ਮੈਂਟ ਤੁਹਾਡਾ ਹੈਗੇ ਨੇ ਨਾ, ਤੁਹਾਡੀ ਜਿਹੜੇ ਐਟੀਟਿਊਡ ਆ, ਫਿਰ ਉਹ ਅਖੇ ਕਹਿੰਦਾ ਜੀ 1000 ਦਾ ਨੋਟ ਬੰਦ ਕਰ ਦੇਣਾ ਆ, ਕਿਉਂਕਿ ਵੱਡੀ ਕਰੰਸੀ ਆ, ਇਹਦੇ ਨਾਲ 2 ਨੰਬਰ ਵਾਲਾ ਪੈਸਾ ਜਮ੍ਹਾਂ ਕਰਨਾ ਸੌਖਾ ਹੋ ਜਾਂਦਾ। ਇਹੀ ਕਿਹਾ ਸੀ ਨਾ? ਹਾਂਜੀ। ਤੇ ਫਿਰ 2000 ਦਾ ਨੋਟ ਉਹ ਸ਼ੁਰੂ ਕਰ ਦਿੰਦਾ ਆ, ਨੋਟ ਦਾ ਸਾਈਜ਼ ਵੀ ਘਟਾ ਦਿੰਦਾ ਆ, ਤੇ ਨੋਟ ਦੀ ਵੈਲਿਊ ਵੀ ਵਧਾ ਦਿੰਦਾ ਆ। ਹਾਂਜੀ, ਉਹ ਤਾਂ ਮੈਨੂੰ ਲੱਗਦਾ ਵੀ ਸਾਰਾ ਜਿਹੜਾ ਕੰਮ ਹੋ ਗਿਆ ਨਾ, ਉਹ ਜਦੋਂ ਉਹਨੇ ਕਰੰਸੀ ਜਿਹੜੀ ਬੈਨ ਕਰ ਦਿੱਤੀ, ਪੱਠਾ ਬਹਿ ਗਿਆ ਸਾਰੀ। ਨਹੀਂ, ਹੁਣ ਤੁਸੀਂ ਗੱਲ ਦੂਜੇ ਪਾਸੇ ਲੈ ਗਏ। ਮੈਂ ਮੋਦੀ ਦੀ ਇੰਟੈਂਸ਼ਨ ਤੇ ਗੱਲ ਕਰ ਰਿਹਾ। ਜਿਹੜੀ ਤੁਸੀਂ ਕਹਿ ਰਹੇ ਸੀ ਉਹਦੀ ਨੀਅਤ ਮਾੜੀ ਨਹੀਂ ਸੀਗੀ, ਮੈਂ ਕਹਿ ਰਿਹਾ ਉਹਦੀ ਨੀਅਤ ਮਾੜੀ ਸੀ। ਅਗਰ ਤੁਸੀਂ 1000 ਦਾ ਨੋਟ ਬੰਦ ਕਰਤਾ
1000 ਦਾ ਬੰਦ ਕੀਤਾ ਸੀ ਜਾਂ 500 ਦਾ ਕੀਤਾ ਸੀ, ਕੋਈ ਸਮਥਿੰਗ ਦੋਵਾਂ ਚੋਂ ਇੱਕ ਹੋਇਆ ਸੀ। ਇੱਕ ਦਾ ਨੋਟ ਨਵਾਂ ਲੈ ਆਂਦਾ ਸੀਗਾ, ਇੱਕ 2000 ਦਾ ਸ਼ੁਰੂ ਕਰਤਾ। ਠੀਕ ਹੈ ਜੀ, ਤੇ 2000 ਦੇ ਨਾਲ ਤਾਂ ਤੁਹਾਡੀ ਉਹਦੀ ਨੀਅਤ ਮਾੜੀ ਸੀਗੀ, ਇਹ ਤੁਸੀਂ ਗਲਤ ਭੁਗਤ ਰਹੇ ਹੋ ਮੋਦੀ ਦੇ ਹੱਕ ਦੇ ਵਿੱਚ ਵੀ ਉਹ ਠੀਕ ਆ। ਹੁਣ ਆ ਗਈ ਤੁਹਾਡੀ GST। ਹਾਂਜੀ ਤੁਸੀਂ ਕਿੱਥੇ ਰਹਿ ਰਹੇ ਹੋ, ਕਿਹੜੇ ਸੂਬੇ 'ਚ? ਆਪਣੇ BC ਦੇ ਵਿੱਚ। ਹਾਂਜੀ ਹਾਂਜੀ। ਟੋਯੋਟਾ ਕੈਮਰੀ ਕਾਰ ਨਵੀਂ ਲੈਣੀ ਹੋਵੇ ਤੁਸੀਂ ਤਾਂ ਕਿੰਨੇ ਦੀ ਤੁਹਾਨੂੰ ਟੈਕਸ ਕਿੰਨਾ ਤੁਹਾਡੇ ਸੂਬੇ 'ਚ? ਟੈਕਸ ਦਾ ਤਾਂ ਮੈਨੂੰ ਪਤਾ ਨਹੀਂ ਭਾਜੀ, ਇਹਦੀ ਡਿਟੇਲ ਚ ਭਾਈ ਜੀ ਟੈਕਸ ਦਾ ਤਾਂ ਪਤਾ ਹੀ ਹੋਊਗਾ ਤੁਹਾਨੂੰ ਆਪਣੇ ਸੂਬੇ 'ਚ। ਮੈਂ ਬਾਈ ਨਹੀਂ ਕੀਤੀ ਭਾਜੀ ਨਵੀਂ ਹਜੇ। ਨਹੀਂ ਕੋਈ ਵੀ ਚੀਜ਼ ਲੈਣ ਜਾਂਦੇ ਹੋ, ਕੋਈ ਤੁਸੀਂ ਕੰਪਿਊਟਰ ਲਿਆ, ਕੋਈ ਸੈੱਲ ਫੋਨ ਲਿਆ, ਜਿਹੜਾ ਵੀ ਸਰਵਿਸ ਟੈਕਸ ਆ ਜਾਂ ਤੁਹਾਡਾ ਗੁੱਡਸ ਟੈਕਸ ਆ, ਕਿੰਨਾ ਆ? ਹੁਣ 5% ਤਾਂ ਹੈਗਾ ਕੇਂਦਰ ਦਾ ਟੈਕਸ ਕੈਨੇਡਾ ਸਾਰੇ 'ਚ। ਹਾਂਜੀ। ਤੇ ਸੂਬਿਆਂ ਦਾ ਅਲੱਗ-ਅਲੱਗ ਆ, ਸਾਡੇ ਸੂਬੇ ਦੇ ਵਿੱਚ 8% ਟੈਕਸ। ਹਾਂਜੀ ਹਾਂਜੀ PST ਆ, ਮੈਨੂੰ ਲੱਗਦਾ ਉਹਦਾ ਮੈਨੂੰ ਹੁਣ ਆਈਡੀਆ ਨਹੀਂ ਕਿੰਨੇ ਪਰਸੈਂਟ ਹੈਗੀ ਆ। ਚਲੋ ਹੁਣ ਮੈਂ ਅਗਰ ਟੋਯੋਟਾ ਕੈਮਰੀ ਨਵੀਂ ਲੈਣੀ ਹੋਵੇ ਤੇ ਮੈਨੂੰ 13% ਟੈਕਸ ਦੇਣਾ ਪਊਗਾ ਜੀ। ਉਹੀ ਟੋਯੋਟਾ ਕੈਮਰੀ ਮੈਂ ਅਗਰ 12% ਸ਼ਾਇਦ 12% ਦੇ ਲੱਗੇ ਤੁਹਾਡੇ 12 ਹੋਊਗੀ ਜਾਣੀ। ਤੇ ਅਗਰ ਇਹੀ ਟੋਯੋਟਾ ਕੈਮਰੀ ਮੈਂ ਇੰਡੀਆ 'ਚ ਲੈਣੀ ਹੋਵੇ ਤਾਂ ਮੈਨੂੰ 28% ਟੈਕਸ ਦੇਣਾ ਪਊਗਾ। ਆਹ GST ਹੈ ਮੋਦੀ ਦੀ। ਸੇਮ ਟੋਯੋਟਾ ਕੈਮਰੀ ਆ ਤੇ ਜਿੰਨਾ ਟੈਕਸ ਵੱਧ ਹੋਊਗਾ ਉਨਾ ਹੀ ਟੈਕਸ ਦਾ ਕੰਪਲਾਈਂਸ ਘੱਟ ਹੋਊਗਾ। ਜਿਹੜਾ ਤੁਸੀਂ ਕਹਿੰਦੇ ਹੋ ਇਹਦੇ ਨਤੀਜੇ ਅੱਗੇ ਜਾ ਕੇ ਨਿਕਲਣਗੇ, ਇਹਦੇ ਨਤੀਜੇ ਹੁਣੇ ਨਿਕਲ ਰਹੇ ਨੇ। ਜਿਹੜਾ ਇਕਨੋਮੀ ਦਾ ਪੱਠਾ ਬਿਠਾਇਆ ਆ, ਇੱਕ ਹੁੰਦੀ ਆ ਫਾਰਮਲ ਇਕਨੋਮੀ, ਇੱਕ ਹੁੰਦੀ ਆ ਇਨਫਾਰਮਲ ਹੁੰਦੀ ਆ ਜਿਹੜੀ ਸਰਕਾਰੀ ਪੜਤੇ 'ਚ ਨਹੀਂ ਆਉਂਦੀ, ਜਿਹਨੂੰ ਤੁਸੀਂ ਕਹਿੰਦੇ ਸੀ ਕੋਸ਼ਿਸ਼ ਕਰ ਰਿਹਾ ਸੀ ਮੋਦੀ ਉਹਨੂੰ ਲਿਆਉਣ ਦੀ। ਉਹ ਬਿਲਕੁਲ ਤੁਸੀਂ ਮੋਦੀ ਨੂੰ ਐਵੇਂ ਖਾਮਖਾਈ ਵਧੀਆ ਬਣਾ ਕੇ ਪੇਸ਼ ਕਰੀ ਜਾ ਰਹੇ ਹੋ ਵੀ ਉਹਦੀ ਕੋਸ਼ਿਸ਼ ਸੀਗੀ ਇਹਨੂੰ ਆਪਣੇ ਕੈਸ਼ਲੈਸ ਕਰਨ ਦੀ। ਕੈਸ਼ਲੈਸ ਕਰਨ ਵਾਸਤੇ ਪਹਿਲਾਂ ਸਾਰਾ ਇਨਫਰਾਸਟ੍ਰਕਚਰ ਤਿਆਰ ਹੋਣਾ ਚਾਹੀਦਾ ਸੀ। ਇਹਨਾਂ ਤੋਂ ਤਾਂ ਨੋਟ ਦਾ ਸਾਈਜ਼ ਹੋਰ ਸੀ, ਉਹਦਾ ATM ਜਿਹੜੀਆਂ ਮਸ਼ੀਨਾਂ ਦਾ ਸਾਈਜ਼ ਹੋਰ ਸੀ, ਨੋਟ ਐਕਸੈਪਟ ਨਹੀਂ ਸੀ ਕਰਦੀਆਂ, ਕੋਈ ਪਲੈਨਿੰਗ ਨਹੀਂ ਸੀ। ਭਾਜੀ ਜਿੰਨੀਆਂ ਪਾਲਿਸੀਆਂ ਤੁਸੀਂ ਲਾਗੂ ਕਰੋਗੇ ਨਾ, ਉਹਦਾ ਮਤਲਬ ਇਹ ਨਹੀਂ ਸਾਰੀਆਂ ਸਕਸੈਸਫੁਲ ਹੋ ਜਾਣਗੀਆਂ। ਨਾ ਇੰਟੈਂਸ਼ਨ ਦੀ ਗੱਲ ਕਰਦੇ ਆ ਆਪਾਂ, ਕੁਝ ਵੀ ਨਹੀਂ। ਕੋਈ ਇੱਕ ਮੋਦੀ ਦੀ ਇੱਕ ਪਾਲਿਸੀ ਦੱਸ ਦਿਓ ਜਿਹੜੀ ਵਧੀਆ ਹੋਵੇ। ਇਹ GST ਵਾਲੀ ਵਧੀਆ ਹੈ ਜੀ। ਨਾ ਕੋਈ ਤਰੀਕਾ ਹੀ ਨਹੀਂ GST ਲਾਉਣ ਦਾ। ਕਿਵੇਂ ਵਧੀਆ ਜੀ? 28% ਟੈਕਸ ਕਿਹੜਾ ਦਊਗਾ ਕਾਰ ਦਾ? 28% ਟੈਕਸ ਦੇ ਕੇ ਤੇ ਜਾ ਕਿੱਥੇ ਰਿਹਾ ਉਹ ਟੈਕਸ? GST ਕਿੱਦਾਂ? ਤੁਹਾਨੂੰ ਮੈਂ ਐਗਜ਼ਾਮਪਲ ਦੇ ਰਿਹਾ ਹਾਂ ਵੀ ਕੈਨੇਡਾ ਵਰਗਾ ਜਿਹਦੇ ਵਿੱਚ ਐਵਰੇਜ ਬੰਦੇ ਦੀ ਆਮਦਨ ਸਾਲ ਦੀ $50,000-60,000 ਹੈਗੀ ਆ, 50,000 ਦੇ ਕਰੀਬ। ਠੀਕ ਹੈ ਜੀ। ਇੰਡੀਆ ਦੇ ਵਿੱਚ ਐਵਰੇਜ ਆਮਦਨ $3,000-4,000 ਆ। ਤੇ ਉਸ ਕੰਟਰੀ ਦੇ ਵਿੱਚ ਉਹੀ ਆਈਟਮ ਕੈਨੇਡਾ ਦੇ ਵਿੱਚ, ਉਹੀ ਆਈਟਮ ਇੰਡੀਆ ਦੇ ਵਿੱਚ, ਸੇਮ ਆਈਟਮ, ਤੇ ਕੈਨੇਡਾ 'ਚ 13% ਟੈਕਸ ਆ ਤੇ ਇੰਡੀਆ ਦੇ ਵਿੱਚ 28% ਟੈਕਸ ਆ। ਤੇ ਤੁਸੀਂ ਕਹਿ ਰਹੇ ਹੋ ਵੀ ਇਹਦੇ ਨਤੀਜੇ ਵਧੀਆ ਹੋਣਗੇ, GST ਉਹਦੀ ਵਧੀਆ ਹੈ। ਇਹ ਕੋਈ ਤਰੀਕਾ ਹੈ? ਸਰਕਾਰੀ ਲੁੱਟਿਆ 28% ਟੈਕਸ ਜੀ ਕਿਸੇ ਵੀ ਚੀਜ਼ ਤੇ। ਫਿਰ ਨਹੀਂ ਪਊਗੀ, ਉਹ ਮੈਨੂੰ ਇਦਾਂ ਨਹੀਂ ਪਤਾ ਵੀ ਉੱਥੇ ਇੰਡੀਆ ਕਿਸ ਹਿਸਾਬ ਨਾਲ ਟੈਕਸ ਕਿੱਦਾਂ ਕੰਮ। ਨਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਹਾਂ ਤੇ ਤੁਸੀਂ ਇਹ ਤੁਹਾਨੂੰ ਪਤਾ ਵੀ ਮੋਦੀ ਦੇ ਜਿਹੜੀਆਂ ਪਾਲਿਸੀਜ਼ ਨੇ ਉਹ ਵਧੀਆ ਨੇ, ਇਨ ਫਿਊਚਰ ਇਹਨਾਂ ਦਾ ਰਿਜ਼ਲਟ ਵਧੀਆ ਹੋਣਗੇ ਤੇ ਤੁਹਾਨੂੰ ਡਿਟੇਲਸ ਪਤਾ ਨਹੀਂ ਹੈਗੀਆਂ ਇਹਦੀਆਂ। ਨਹੀਂ ਤੁਹਾਨੂੰ ਕੀ ਲੱਗਦਾ ਮੋਦੀ ਨੇ ਲੋਕਾਂ ਨੂੰ ਕਾਹਤੋਂ ਤੰਗ ਕਰਨਾ? ਲੋਕਾਂ ਨੂੰ ਤੰਗ ਕਰਨਾ ਆ ਕਰਕੇ ਕੀ ਮਿਲਣਾ ਉਹਨੂੰ? ਲੋਕਾਂ ਹਿੰਦੂਤਵ ਏਜੰਡਾ, ਲੋਕਾਂ ਨੂੰ ਭੁੱਖੇ ਮਾਰਨਾ ਉਹਨੇ ਸਾਰਿਆਂ ਨੂੰ। ਤੇ ਜਿਹੜੀ ਅਰਾਜਕਤਾ ਜਦੋਂ ਫੈਲੂਗੀ ਤੇ ਜਿਹੜਾ ਹਿੰਦੂਤਵ ਦਾ ਏਜੰਡਾ ਆ, ਜਿਹੜਾ ਮਨੂਵਾਦ ਆ, ਉਹ ਖਤਮ ਹੋਊਗਾ ਮਾਡਰਨ ਐਜੂਕੇਸ਼ਨ ਦੇ ਨਾਲ ਤੇ ਆਰਥਿਕ ਖੁਸ਼ਹਾਲੀ ਦੇ ਨਾਲ, ਜਿਹੜਾ ਮਨੂਵਾਦ ਆ, ਅਗਰ ਸਮਝਦੇ ਹੋਵੋ ਤਾਂ। ਠੀਕ ਹੈ। ਤੇ ਮਨੂਵਾਦ ਨੂੰ ਅਗਰ ਪ੍ਰਮੋਟ ਕਰਨਾ ਆ ਤਾਂ ਫਿਰ ਆਰਥਿਕ ਤੌਰ ਦੇ ਉੱਤੇ ਹਾਹਾਕਾਰ ਮੱਚੀ ਹੋਵੇ ਤੇ ਮਾਡਰਨ ਐਜੂਕੇਸ਼ਨ ਖਤਮ ਹੋਵੇ। ਮਾਡਰਨ ਐਜੂਕੇਸ਼ਨ ਨੂੰ ਖਤਮ ਕਰਨ ਵਾਸਤੇ ਮੋਦੀ ਸਰਕਾਰ ਦਾ ਇੱਕ ਨਵਾਂ ਨੋਟੀਫਿਕੇਸ਼ਨ ਆ ਗਿਆ ਵੀ ਜਿਹੜੇ ਆਯੁਰਵੇਦ ਵਾਲੇ ਡਾਕਟਰ ਨੇ ਇਹ ਬ੍ਰੇਨ ਦੀ, ENT ਨੱਕ ਦੀ, ਕੰਨ ਦੀ ਤੇ ਥਰੋਟ ਦੀ, ਗਲੇ ਦੀ ਸਰਜਰੀ ਕਰ ਸਕਦੇ ਨੇ। ਇਹ ਪਾਲਿਸੀਜ਼ ਨੇ। ਤੁਸੀਂ ਖਾਮਖਾਈ ਮੋਦੀ ਦੀ ਤਾਰੀਫ ਕਰੀ ਜਾ ਰਹੇ ਹੋ। ਤੁਹਾਡੇ ਇੱਕ ਵਾਰੀ ਵਿਕੀਲੀਕਸ ਦੀਆਂ ਜਿਹੜੀਆਂ ਤਾਰਾਂ ਲੀਕ ਹੋਈਆਂ ਸੀ, ਇੱਕ ਵਾਰੀ ਜਿਹੜੀਆਂ ਈਮੇਲਾਂ ਲੀਕ ਹੋਈਆਂ ਸੀ, ਅਰੁਣ ਜੇਟਲੀ ਨਾਲ ਗੱਲਬਾਤ ਹੋਈ ਸੀ। ਹੁਣ ਮੈਨੂੰ ਯਾਦ ਨਹੀਂ, ਅਮਰੀਕਾ ਦੇ ਸੀਗੇ, ਅਮਰੀਕਨ ਕੋਈ ਅੰਬੈਸਡਰ, ਉਹਨਾਂ ਦਾ ਗੱਲਬਾਤ ਸੀ। ਤੇ ਉਹਨਾਂ ਨੇ ਪੁੱਛਿਆ ਗਿਆ ਸੀ ਤੁਹਾਡੇ ਤੋਂ ਵੀ ਤੁਸੀਂ ਆ ਇੰਨਾ ਹਿੰਦੂਵਾਦ ਕਰ ਰਹੇ, ਇਹਦਾ ਕਾਰਨ ਕੀ ਆ? ਉਹਨਾਂ ਦਾ ਜਵਾਬ ਇਹ ਸੀ ਵੀ ਇਹ ਸਿਰਫ ਅਸੀਂ ਵੋਟਾਂ ਲੈਣ ਲਈ, ਲੋਕਾਂ ਨੂੰ ਇਕੱਠੇ ਕਰਨ ਲਈ। ਉਹ ਤਾਂ ਇੱਕ ਨੈਰੇਟਿਵ ਸਿਰਜਿਆ ਨਾ ਉਹਨਾਂ ਨੇ। ਨਹੀਂ ਇਹ ਤਾਂ ਤੁਸੀਂ ਉਹਦੀ ਗੱਲ ਕਰ ਰਹੇ ਹੋ ਨਾ, ਅਰੁਣ ਜੇਤਲੀ ਦੀ ਗੱਲ ਕਰ ਰਹੇ ਹੋ। ਹੁਣ ਜੇਤਲੀ ਨੇ ਜਿਹੜਾ ਜਵਾਬ ਜ਼ਰੂਰੀ ਥੋੜਾ ਸਹੀ ਦੇਣਾ ਆ। ਜੇਤਲੀ ਸਿਆਸੀ ਬੰਦੇ ਦੀ ਐਕਸਪਲੇਨੇਸ਼ਨ ਤੇ ਤੁਸੀਂ ਯਕੀਨ ਕਰ ਰਹੇ ਹੋ। ਅੱਜ ਇਹ ਟੈਨਸ਼ਨ ਹੁੰਦੀ ਨਾ ਕਿਸੇ ਵੀ ਦੇਸ਼, ਕਿਸੇ ਬੰਦੇ ਨੇ ਇਦਾਂ ਤਾਂ ਚਾਹਣਾ ਨਹੀਂ ਵੀ ਮੈਂ ਲੋਕਾਂ ਨੂੰ ਤੰਗੀ ਕਰਾਂ ਤੇ ਲੋਕ ਮੈਨੂੰ ਗਾਲਾਂ ਕੱਢਣ। ਮੈਨੂੰ ਨਹੀਂ ਲੱਗਦਾ ਕੋਈ ਪ੍ਰਧਾਨ ਮੰਤਰੀ ਹੋਵੇ ਯਾਨੀ ਮੋਦੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਲੋਕੀ ਵੈਸੇ ਹੀ ਮੀਨਸ ਜਿਹੜਾ ਮੋਦੀ ਨੇ ਤੁਹਾਨੂੰ ਦੱਸਿਆ ਵੀ ਇਲੈਕਟੋਰਲ ਬੌਂਡ ਨੇ, ਜਿਹੜੇ ਇਲੈਕਟੋਰਲ ਨਹੀਂ ਸੌਰੀ ਤੁਹਾਡੇ ਪੋਲੀਟੀਕਲ ਬੌਂਡ ਨੇ, ਇਲੈਕਟੋਰਲ ਪੋਲੀਟੀਕਲ ਬੌਂਡ, ਉਹ ਜਾਣੇ ਜਿਹੜਾ ਮਰਜ਼ੀ ਪੈਸੇ ਦੇ ਦੇਵੇ ਜਿਹੜਾ ਬੰਦਾ ਸਿਆਸੀ ਪਾਰਟੀਆਂ ਨੂੰ। ਕੈਨੇਡਾ ਵਿੱਚ ਵੀ ਡਿਬੇਟ ਚੱਲਦੀ ਹੈ। ਛੱਡੋ ਬਾਈ ਜੀ, ਹੁਣ ਵਾਲੇ ਕਹਿੰਦੇ ਉਹਨਾਂ ਦਾ ਕੰਪੈਰੀਜ਼ਨ ਨਹੀਂ ਕਰਨਾ। ਕੈਨੇਡਾ ਦਾ ਸਿਸਟਮ ਫੇਰ ਬਹੁਤ ਵਧੀਆ ਆ, ਜਿਹੜੀ ਪੋਲੀਟੀਕਲ ਫੰਡਿੰਗ ਆ ਬੜੀ ਟਰਾਂਸਪੇਰੈਂਟ ਆ।
ਮੈਂ ਮੋਦੀ ਦੀ ਇਮਾਨਦਾਰੀ ਦੀ ਇੰਟੈਂਸ਼ਨ ਦੀ ਗੱਲ ਕਰਦਾ ਆ ਉੱਥੇ। ਜਿਹੜਾ ਮੋਦੀ ਆ, ਜਿਹੜਾ ਤੁਹਾਡਾ ਪੋਲੀਟੀਕਲ ਬੌਂਡ ਵਾਲਾ ਸਿਸਟਮ, ਜਾਂ ਪਤਾ ਨਹੀਂ ਕੀ ਟਰਮ ਹੈ ਉਹਦੀ, ਬੌਂਡ ਆ ਕੋਈ, ਜਿੰਨੀ ਮਰਜ਼ੀ ਰਕਮ ਕੋਈ ਦੇ ਦੇਵੇ, ਜਿਹੜੀ ਪਾਰਟੀ ਨੂੰ ਮਰਜ਼ੀ ਦੇ ਦੇਵੇ, ਤੁਸੀਂ ਪਤਾ ਨਹੀਂ ਕਰ ਸਕਦੇ। ਪੋਲੀਟੀਕਲ ਪਾਰਟੀਆਂ ਦੀ ਜਿਹੜੀ ਫੰਡਿੰਗ ਆ ਉਹ ਆਰਟੀਆਈ ਦੇ ਅੰਡਰ ਨਹੀਂ ਹੈਗੀ। ਤੁਸੀਂ ਮੇਨ ਜਿਹੜੀ ਤੁਹਾਡੀ ਓਵਰਆਲ ਹੈ ਨਾ ਨਜ਼ਰੀਆ ਪ੍ਰੋ ਐਸਟੈਬਲਿਸ਼ਮੈਂਟ ਹੈ ਜੀ। ਸਰਕਾਰ ਦੀਆਂ ਕਮੀਆਂ ਗਿਣਾਉਣ ਦੇ ਵਿੱਚ ਤੁਹਾਨੂੰ ਇੱਕ ਤਾਂ ਲੈਕ ਆਫ ਜਿਹੜੀ ਫੈਕਟ ਕਹਿ ਲਈਏ ਆਪਾਂ, ਫੈਕਟ ਕਲੈਕਸ਼ਨ ਦੇ ਉੱਤੇ ਆਪਣਾ ਕੰਮ ਨਹੀਂ ਹੈਗਾ। ਹੁਣ ਆ ਜਿਹੜੇ 3 ਕਾਨੂੰਨੀ ਬਿੱਲ ਬਣਾਏ ਨੇ, ਹਾਂਜੀ ਠੀਕ ਹੈ ਜੀ, ਇਹ ਪੜ੍ਹੇ ਨੇ ਤੁਸੀਂ ਤਿੰਨੋਂ? ਇਹਦੇ ਵਿੱਚ 2 ਪੜ੍ਹੇ ਆ, ਮੈਂ 1 ਨਹੀਂ ਪੜ੍ਹਿਆ। ਜਿਹੜਾ ਮੋਟਾ ਰੌਲਾ ਜਿਹੜਾ ਕਿਸਾਨਾਂ ਦਾ ਨਾ, ਉਹ ਹਜੇ ਜਿਹੜਾ ਆਮ ਲੋਕਾਂ ਦੇ ਵਿੱਚ ਪ੍ਰਭਾਵ ਗਿਆ ਵਾ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦਾ ਬਾਹਲਾ ਜ਼ਿਆਦਾ ਲੋਕਾਂ ਨੂੰ ਹੋਇਆ ਆ। ਦੂਜੇ ਕਾਨੂੰਨਾਂ ਦਾ ਤਾਂ ਕਿਸੇ ਨੂੰ ਪਤਾ ਨਹੀਂ ਹੈਗਾ ਬਾਹਲਾ। ਨਹੀਂ ਪਤਾ, ਤੁਸੀਂ ਆਪਣੀ ਗੱਲ ਕਰੋ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਦੂਜਾ ਬੇਵਕੂਫਾ ਤੇ ਆਪਾਂ ਸਿਆਣੇ, ਆਪਾਂ ਇਸ ਐਂਗਲ ਤੋਂ ਨਾ ਨਹੀਂ ਭਾਜੀ, ਉਹ ਤੁਸੀਂ ਗਲਤ ਗੱਲ ਕਰਨਾ ਜਾਂਦੇ ਆ। ਇੰਡੀਆ ਅਗੇਂਸਟ ਕਰਪਸ਼ਨ ਆ ਜਿਹੜਾ ਲੋਕਪਾਲ ਬਿੱਲ ਸੀ, ਤੁਹਾਨੂੰ ਕੀ ਲੱਗਦਾ ਕਿੰਨੇ ਬੰਦਿਆਂ ਨੂੰ ਪਤਾ ਸੀ ਉਹਦੇ ਬਾਰੇ? ਉਹ ਪਤਾ ਹੀ ਸੀ ਸਾਰਿਆਂ ਨੂੰ। ਉਹ ਚੋਜ ਕੀ, ਉਹ ਬੜਾ ਸਿੰਪਲ ਸੀਗਾ। ਇਹ ਕੰਪਲੈਕਸ ਨੇ ਸਗੋਂ ਜਿਹੜੇ ਇਹ ਵਾਲੇ ਨੇ, ਇਹ ਤਾਂ ਲੋਕਪਾਲ ਕੀ ਹੈ ਵੀ ਲੋਕਪਾਲ ਜਿਹੜਾ ਹੈਗਾ ਆ ਉਹ ਨਿਯੁਕਤ ਕਰੋ, ਉਹਦੇ ਕੋਲ ਇਨਵੈਸਟੀਗੇਟਿੰਗ ਏਜੰਸੀ ਪੂਰੀ ਹੋਊਗੀ ਤੇ ਉਹਦੇ ਥੱਲੇ ਲਿਆਓ ਪ੍ਰਧਾਨ ਮੰਤਰੀ ਨੂੰ ਵੀ ਤੇ ਸਾਰਿਆਂ ਨੂੰ ਵੀ। ਜਿਹੜੇ ਜਿਹੜਾ ਭਾਜੀ ਆਮ ਬੰਦਾ, ਮਜ਼ਦੂਰ ਬੰਦਾ ਜਾਂ ਰੇਹੜੀ ਤੇ ਜਾਂਦਾ ਵਾ, ਉਹਨੂੰ ਇਹਨਾਂ ਗੱਲਾਂ ਦਾ ਪਤਾ ਭਾਜੀ? ਨਹੀਂ, ਜਿਹੜੇ ਉਸ ਅੰਦੋਲਨ ਨਾਲ ਜੁੜੇ ਸੀ ਉਹ ਇਹਦੇ ਨਾਲੋਂ ਕੰਪੈਰੀਟਿਵਲੀ ਸੌਖਾ ਸੀਗਾ। ਆਪਾਂ ਚਲੋ ਕਿਹਨੂੰ ਕੀ ਪਤਾ, ਕਿਸੇ ਨੂੰ ਕੀ ਨਹੀਂ ਪਤਾ, ਆਪਾਂ ਉਹਦੀ ਗੱਲ ਨਾ ਕਰੀਏ। ਜਿਹੜੇ ਤੁਹਾਡੇ 3 ਕਾਨੂੰਨ ਨੇ, ਪਹਿਲੀ ਗੱਲ ਤਾਂ 2 ਕਾਨੂੰਨ, ਕਿਹੜੇ 2 ਕਾਨੂੰਨ ਪੜ੍ਹੇ ਨੇ ਤੁਸੀਂ? ਨਹੀਂ, ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦਾ ਮੈਂ ਇਹ ਪੜਿਆ ਹੈਗਾ ਵੀ ਇਹ ਖਤਮ ਹੋ ਜਾਣਾ, ਵਿੱਚੋਂ ਮੰਡੀਆਂ ਦਾ ਸਿਸਟਮ ਖਤਮ ਹੋ ਜਾਣਾ ਤੇ ਲੋਕੀ ਜਿਹੜੇ ਡੀਲ ਕਰਨਗੇ, ਜਿੱਦਾਂ ਆਲੂ ਵੇਚੀਦੇ ਆਪਾਂ ਆਮ ਪ੍ਰਾਈਵੇਟ ਹੀ, ਜਿੱਦਾਂ ਜਿਹਨੂੰ ਮਰਜ਼ੀ ਵੇਚ ਦਿਓ ਤੁਸੀਂ ਸਮਾਨ। ਉਹਦਾ ਜਿਹੜਾ ਵੱਡਾ ਕਾਰਨ ਇਹ ਹੋ ਗਿਆ ਨਾ, ਵਿੱਚੋਂ ਹੁਣ ਜਿਹੜੀ ਪ੍ਰਾਈਸ ਆ ਉਹ ਆਪਾਂ ਫਿਕਸ ਨਹੀਂ ਹੋਣੀ। ਉਹ ਤਾਂ ਤੇਰੇ, ਜੇ ਤੁਸੀਂ ਆਲੂ ਕਣਕ ਬੀਜੀ ਆ, ਤੁਸੀਂ ਬੀਜਣ ਵਾਲੇ ਆ ਤਾਂ ਮੈਂ ਖਰੀਦਣ ਵਾਲਾ, ਆਪਣੇ ਦੋਵਾਂ 'ਚ ਪ੍ਰਾਈਸ ਹੋਣੀ ਆ ਫਿਕਸ। ਉਹ 3000 ਨੂੰ ਬੋਰੀ ਲੈ ਲਵਾਂ, ਮੈਂ 4000 ਨੂੰ ਬੋਰੀ ਲੈ ਲਵਾਂ। ਇਹ ਤੁਸੀਂ ਯਾਨੀ ਇਹ ਕਾਨੂੰਨ ਦੇ ਵਿੱਚ ਪੜ੍ਹਿਆ ਜਾਣੀ ਹੈ। ਕਿਹੜੇ ਕਾਨੂੰਨ ਪੜ੍ਹੇ, ਕਿਹੜੇ ਨੇ 2 ਜੀ ਤੁਸੀਂ? ਨਹੀਂ, ਮੈਂ ਇੱਕ ਪੜਿਆ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦਾ। ਨਹੀਂ, ਮਿਨੀਮਮ ਸਪੋਰਟ ਪ੍ਰਾਈਸ ਤਾਂ ਹੈ ਹੀ ਨਹੀਂ ਉਹਦੇ ਵਿੱਚ। ਮਿਨੀਮਮ ਸਪੋਰਟ ਨਹੀਂ, ਉਹ ਉਹਨਾਂ ਨੇ ਖਤਮ ਕਰ ਦਿੱਤੀ ਨਾ, ਖਤਮ ਕਰਤੀ ਹੈ ਨਾ ਉਹਨੇ। ਖਤਮ ਵੀ ਨਹੀਂ ਕੀਤੀ ਬਾਈ ਜੀ, ਖਤਮ ਵੀ ਨਹੀਂ ਕੀਤੀ। ਇਹੀ ਤਾਂ ਗੱਲ ਆ, ਲੈਕ ਆਫ ਜਿਹੜੇ ਫੈਕਟਸ ਨੇ। 26 ਪੇਜ ਨੇ 3 ਕਾਨੂੰਨਾਂ ਦੇ, ਪੜ੍ਹ ਲਓ ਜੀ ਉਹਨੂੰ। ਮੈਂ ਭਾਜੀ ਹੁਣੀ ਚੈੱਕ ਕਰ ਲੈਣਾ ਭਾਜੀ, ਮੇਰੇ ਪਿਕਚਰਾਂ ਹੈਗੀਆਂ। ਇਹਨੂੰ ਪੜੋ, ਪਿਕਚਰਾਂ ਨਾ ਪੜੋ, ਆਫੀਸ਼ੀਅਲ ਡਾਕੂਮੈਂਟ ਜਿਹੜਾ ਸਰਕਾਰ ਦਾ ਉਹ ਪੜੋ। ਪਿਕਚਰਾਂ ਤੁਹਾਨੂੰ ਕਿਸੇ ਨੇ ਵੀ ਐਡਿਟ ਕਰਕੇ ਦੇ ਦੇਣੀਆਂ ਨੇ, ਮੈਂ ਭੇਜ ਦਿੰਦਾ ਤੁਹਾਨੂੰ ਆਫੀਸ਼ੀਅਲ ਡਾਕੂਮੈਂਟਸ ਜਿਹੜੇ ਇਹਦੇ ਨੇ, ਹੁਣੇ ਭੇਜ ਦਿੰਦਾ। ਉਹ ਮੇਰੇ ਕੋਲ ਸਾਹਮਣੇ ਪਏ ਨੇ। ਮੈਨੂੰ ਭੇਜਿਓ ਭਾਜੀ, ਮੈਨੂੰ ਮੈਂ ਵੀ ਚੈੱਕ ਕਰਦਾ ਵੀ ਪੜੋ। ਸਰਕਾਰ ਦੇ ਮੋਦੀ ਦੇ ਹੱਕ 'ਚ ਨਾ ਭੁਗਤੋ। ਕੋਈ ਪਾਲਿਸੀ ਨਹੀਂ ਮੋਦੀ ਦੀ ਜਿਹੜੀ ਲੋਕਾਂ ਦੇ ਹੱਕ ਦੇ ਵਿੱਚ ਹੋਵੇ। ਵੀ ਮੋਦੀ ਲੋਕਾਂ ਨੂੰ ਤੰਗ ਕਰਨ ਦਾ ਫਾਇਦਾ ਕੀ? ਤੇ ਲੋਕਾਂ ਨੂੰ ਤੰਗ ਜਿਹੜੇ ਹਿਸਾਬ ਨਾਲ ਮੋਦੀ ਨੇ, ਜਦੋਂ ਪਿਛਲੇ ਸਾਲ ਤੁਹਾਡਾ ਕਰੋਨਾ ਕਰਕੇ ਕਰਫਿਊ ਲਾਇਆ ਸੀ, 4 ਘੰਟੇ ਡਿਸਾਈਡ ਕਰਤਾ ਸੀ ਮੋਦੀ ਨੇ ਕਰਫਿਊ, ਠੀਕ ਹੈ ਜੀ। ਮਾਰਚ ਮਹੀਨੇ ਦੀ ਗੱਲ ਆ, ਮੈਂ ਤਰੀਕ ਭੁੱਲਦਾ ਹੋਵਾਂ, ਮਾਰਚ 2022 ਦੀ ਗੱਲ ਹੋਣੀ ਆ ਪਿਛਲੇ ਸਾਲ। ਇਹ ਲੋਕਾਂ ਨੂੰ ਤੰਗ ਕਰਨ ਵਾਲੀ ਗੱਲ ਸੀ। ਕਿਵੇਂ ਲੋਕੀ ਵਿਚਾਰੇ ਜਿਹੜੀ ਤੁਹਾਡੇ ਪ੍ਰਵਾਸੀ ਮਜ਼ਦੂਰ ਨੇ, ਬਿਹਾਰ ਦੇ, ਉੜੀਸਾ ਦੇ, ਤੁਹਾਡੇ ਅਸਾਮ ਦੇ, ਯੂਪੀ ਦੇ, ਜਿਹੜੀ ਬਿਹਾਰ ਵਾਲੀ ਸਾਈਡ ਵਾਲੀ ਯੂਪੀ ਆ, ਉਹ ਕਿਵੇਂ ਤਾਂ ਵਿਚਾਰੇ ਤੁਰ ਕੇ ਜਾਂਦੇ ਰਹੇ ਨੇ ਆਪਣੇ ਘਰਾਂ ਨੂੰ। ਇਹਨਾਂ ਨੇ 4 ਘੰਟੇ ਟ੍ਰੇਨਾਂ ਬੰਦ ਕਰਤੀਆਂ। ਤੇ ਇਹਦੇ ਪਿੱਛੇ ਕੀ ਇੰਟੈਂਸ਼ਨ ਸੀ ਮੋਦੀ ਦੀ? ਬੇਵਕੂਫ ਪ੍ਰਧਾਨ ਮੰਤਰੀ ਆ ਉਹ, ਐਡਾ ਵੱਡਾ ਬੇਵਕੂਫ ਪ੍ਰਧਾਨ ਮੰਤਰੀ ਮੋਦੀ ਆ, ਜਿਹੜਾ ਅਮਰੀਕਾ ਦੀ ਧਰਤੀ ਤੇ ਜਾ ਕੇ ਸਤੰਬਰ 2019 ਦੇ ਵਿੱਚ ਅਬ ਕੀ ਬਾਰ ਟਰੰਪ ਸਰਕਾਰ ਕਹਿ ਰਿਹਾ ਹੈ। ਯਾਨੀ ਆਪਣਾ ਜਿਹੜਾ ਤੁਹਾਡਾ ਮਿੱਤਰ ਕੰਟਰੀ ਆ ਤੁਹਾਡਾ, ਉਹ ਕੰਟਰੀ ਦੇ ਨਾਲ ਤੁਹਾਡੀ ਮਿੱਤਰਤਾ ਦੀ ਬਜਾਏ ਤੁਸੀਂ ਉਹਦੀ ਪੋਲੀਟੀਕਲ ਪਾਰਟੀ ਦੇ ਨਾਲ ਮਿੱਤਰਤਾ ਬਣਾ ਰਹੇ ਹੋ। ਵੀ ਉਹ ਪੋਲੀਟੀਕਲ ਪਾਰਟੀ ਪਾਵਰ 'ਚ ਹੈਗੀ ਆ ਤਾਂ ਠੀਕ ਆ, ਹੁਣ ਉਲਟ ਹੋ ਗਿਆ ਕੰਮ ਤੇ ਮੋਦੀ ਚੋਰ ਦੀ ਮਾਂ ਤੇ ਬੁੱਕਲ 'ਚ ਮੂੰਹ ਮੋਦੀ ਦਾ। ਇਹੋ ਜਿਹਾ ਬੇਵਕੂਫ ਬੰਦਾ ਆ ਜਿਹਨੂੰ ਤੁਸੀਂ ਕਹੀ ਜਾਂਦੇ ਹੋ ਉਹਦੇ ਇਹ ਤਾਂ ਭਾਜੀ ਇਹ ਤੇ ਹੋ ਸਕਦਾ। ਹਾਂਜੀ ਜੀ, ਗਲਤ ਆ, ਇਦਾਂ ਤਾਂ ਹੁੰਦਾ ਨਹੀਂ ਬੰਦਾ ਕੋਈ ਪਰਫੈਕਟ 100% ਸਹੀ ਹੋਵੇ। ਹਾਂ, ਯਾਨੀ ਤੁਸੀਂ ਇਹ ਮੋਦੀ ਦੇ ਹੱਕ 'ਚ ਭੁਗਤਣਾ ਆ ਜਾਂ ਨਹੀਂ ਪ੍ਰੋ ਐਸਟੈਬਲਿਸ਼ਮੈਂਟ ਬਾਈ ਜੀ, ਤੁਹਾਡਾ ਪ੍ਰੋ ਐਸਟੈਬਲਿਸ਼ਮੈਂਟ ਐਟੀਟਿਊਡ ਇਹਨੂੰ ਠੀਕ ਕਰੋ। ਮੈਂ ਦੇਖਿਆ ਜੀ ਜਿੰਨੇ ਮੀਡੀਆ ਵਾਲੇ ਭਾਈ, ਜਿੰਨੇ ਮੀਡੀਆ ਵਾਲੇ ਆ ਨਾ, ਉਹ ਦੂਸਰਾ ਪੱਖ ਸੁਣਨ ਨੂੰ ਤਿਆਰ ਹੀ ਨਹੀਂ ਹੈ। ਨਹੀਂ, ਹੁਣ ਤੁਸੀਂ ਤੁਹਾਡਾ ਦੂਸਰਾ ਪੱਖ ਮੈਂ ਸੁਣ ਤਾਂ ਲਿਆ, ਕੋਈ ਪੱਖ 'ਚ ਵਜਨ ਵੀ ਤਾਂ ਹੋਵੇ। ਮੈਂ ਭਾਜੀ, ਤੈਨੂੰ ਮੈਂ ਦੱਸ ਦੇਣਾ ਭਾਜੀ, ਮੈਂ ਇਹਦੇ ਇੰਨਾ ਜਾਣਕਾਰ ਨਹੀਂ ਹੈਗਾ, ਕਿਉਂਕਿ ਇੱਥੇ ਤਾਂ ਇੱਕ ਤੁਹਾਡੇ ਦੇ ਨਾਲ ਬੰਦਾ ਹੋਣਾ ਚਾਹੀਦਾ ਇੰਨਾ ਜਿੰਨੇ। ਨਹੀਂ, ਫਿਰ ਤੁਸੀਂ ਬਿਨਾਂ ਜਾਣਕਾਰੀ ਤੋਂ ਦੂਜਾ ਪੱਖ ਨਹੀਂ ਨਾ ਦੇ ਸਕਦੇ ਜੀ ਪ੍ਰੋਪਰ। ਤੁਸੀਂ ਚਲੋ ਆਪਣੀ ਗੱਲਬਾਤ ਕਾਫੀ ਹੋਊਗੀ, ਦੂਜਾ ਪੱਖ ਦੇਣ ਵਾਸਤੇ ਤੁਹਾਡੇ ਕੋਲ ਬੜੀ ਸਟਰੋਂਗ ਦਲੀਲ ਚਾਹੀਦੀ ਆ। ਹਾਂਜੀ, ਇਹ ਸਰੋਤਿਆਂ ਨੂੰ ਭਾਈ ਆਪੇ ਫੜ ਲੈਣਾ ਉਹਨਾਂ ਨੇ ਹੁਣ। ਨਹੀਂ, ਹਾਂ ਸੁਣ ਲਿਆ, ਉਹਨਾਂ ਨੇ ਸੁਣ ਲਿਆ। ਮੈਨੂੰ ਤਾਂ ਕਹਿ ਰਹੇ ਨੇ ਵੀ ਪ੍ਰੋਗਰਾਮ ਬਹੁਤ ਲੰਮਾ ਹੋ ਗਿਆ ਇਹਨਾਂ ਨਾਲ ਬਾਈ ਜੀ, ਕਾਲ ਲੰਮੀ ਹੋ ਗਈ। ਪਰ ਤੁਹਾਡੇ ਜਿਹੜੇ ਤੁਸੀਂ ਹੁਣ ਕਾਨੂੰਨ ਨਹੀਂ ਪੜ੍ਹੇ ਹੈਗੇ, ਤੁਸੀਂ ਬਹੁਤ ਸਾਰੀ ਹੋਰ ਜਾਣਕਾਰੀ ਨਹੀਂ ਹੈਗੀ, ਤੇ ਆਪਾਂ ਖਾਮ ਖਾਈ ਪੱਖ ਦੂਜਾ ਰੱਖੀ ਜਾਈਏ